10वीं क्लास के प्यारे विद्यार्थियों, ਹੁਣ ਅਸੀਂ ਤੁਹਾਡਾ 12ਵਾਂ ਚੈप्टर ਚੱਕਰਾਂ ਨਾਲ ਸੰਬੰਧਿਤ ਖੇਤਰਫਲ ਸ਼ੁਰੂ ਕਰਨ ਜਾ ਰਹੇ ਹਾਂ। ਇਹਦੇ ਅਭਿਆਸ 12.1 ਦੇ ਥੋੜੇ ਜਿਹੇ ਫਾਰਮੂਲੇ ਤੁਹਾਨੂੰ ਯਾਦ ਕਰਨੇ ਹੋਣਗੇ। ਨੋਰਮਲੀ ਤੁਹਾਨੂੰ ਆਉਂਦੇ ਵੀ ਹੈ, ਜਿਵੇਂ ਚੱਕਰ ਦਾ ਘੇਰਾ, ਸਰਕਮਫਰੈਂਸ ਆਫ ਸਰਕਲ। ਚੱਕਰ ਦਾ ਘੇਰਾ ਹੁੰਦਾ ਹੈ 2πr, ਹੈ ਨਾ, ਆਉਂਦਾ ਨਾ ਤੁਹਾਨੂੰ। ਚੱਕਰ ਦਾ ਘੇਰਾ ਕੀ ਹੁੰਦਾ ਹੈ? 2πr। ਚੱਕਰ ਦਾ ਖੇਤਰਫਲ ਏਰੀਆ ਆਫ ਸਰਕਲ ਹੁੰਦਾ ਹੈ πr ਦੀ ਘਾਤ 2। ਯਾਦ ਰੱਖਣਾ ਹੈ, ਘੇਰੇ ਦੇ ਵਿੱਚ 2 ਅੱਗੇ ਹੁੰਦਾ ਹੈ ਅਤੇ ਖੇਤਰਫਲ ਦੇ ਵਿੱਚ ਇਹ ਵਾਲਾ 2 r ਦੇ ਉੱਪਰ ਘਾਤ ਦੇ ਰੂਪ ਵਿੱਚ ਹੁੰਦਾ ਹੈ। ਹੁਣ ਚੱਕਰਾਕਾਰ ਪੱਟੀ ਦੇ ਖੇਤਰਫਲ ਦੀ ਗੱਲ ਕਰੀਏ ਤਾਂ ਇੱਦਾਂ ਇੱਕ ਚੱਕਰ ਦੇ ਅੰਦਰ ਜਦੋਂ ਇੱਕ ਚੱਕਰ ਹੋਰ ਬਣਿਆ ਹੋਵੇ ਤਾਂ ਇਸ ਪੱਟੀ ਦੇ ਖੇਤਰਫਲ ਨੂੰ, ਆਹ ਜਿਹੜਾ ਮੈਂ ਹਾਈਲਾਈਟ ਕਰ ਰਿਹਾ ਦੇਖੋ, ਇਸ ਖੇਤਰਫਲ ਨੂੰ ਪਤਾ ਕਰਨ ਲਈ ਅਸੀਂ ਕਿਹੜਾ ਫਾਰਮੂਲਾ ਅਪਲਾਈ ਕਰਦੇ ਹਾਂ? ਕੇਂਦਰ ਤੋਂ ਅੰਦਰ ਵਾਲੇ ਚੱਕਰ ਦੀ ਅਰਧ ਵਿਆਸ ਨੂੰ ਛੋਟੀ ਆਰ ਬੋਲਦੇ ਹਾਂ ਅਤੇ ਬਾਹਰ ਵਾਲੀ ਨੂੰ ਵੱਡੀ ਆਰ ਬੋਲਦੇ ਹਾਂ। ਠੀਕ ਹੈ, ਅਤੇ ਪਾਈ ਵੱਡੇ ਆਰ ਦੀ ਘਾਤ 2 ਮਾਈਨਸ ਛੋਟੇ ਆਰ ਦੀ ਘਾਤ 2, ਜਿਸ ਨੂੰ ਅਸੀਂ ਅੱਗੇ ਪਾਈ ਆਰ ਮਾਈਨਸ ਵੱਡਾ ਆਰ ਮਾਈਨਸ ਛੋਟਾ ਆਰ ਅਤੇ ਵੱਡਾ ਆਰ ਪਲੱਸ ਛੋਟਾ ਆਰ ਲਿਖ ਕੇ ਸੋਲਵ ਕਰਦੇ ਹਾਂ। ਠੀਕ ਹੈ, ਕਿਉਂਕਿ ਏ ਦੀ ਘਾਤ 2 ਮਾਈਨਸ ਬੀ ਦੀ ਘਾਤ 2 ਦਾ ਫਾਰਮੂਲਾ ਏ ਮਾਈਨਸ ਬੀ ਏ ਪਲੱਸ ਬੀ ਹੁੰਦਾ। ਤਾਂ ਇਸ ਕਰਕੇ ਤੁਸੀਂ ਏਰੀਆ ਆਫ ਰਿੰਗ ਸਿੱਧਾ ਇਹ ਵੀ ਯਾਦ ਰੱਖ ਸਕਦੇ ਹੋ, ਪਾਈ ਵੱਡੀ ਆਰ ਮਾਈਨਸ ਛੋਟੀ ਆਰ, ਵੱਡੀ ਆਰ ਪਲੱਸ ਛੋਟੀ ਆਰ। ਇੱਕ ਚੌਥਾ ਫਾਰਮੂਲਾ ਹੋਰ ਹੈ ਬੇਟਾ, ਪਹੀਏ ਦੁਆਰਾ ਲਗਾਏ ਗਏ ਚੱਕਰ। ਹੁਣ ਕੋਈ ਤੁਹਾਨੂੰ ਇਹ ਪੁੱਛੇ ਕਿ ਇੱਕ ਪਹੀਆ ਜਿਹੜਾ ਇੱਕ ਗਾੜੀ ਹੈ ਜੋ ਬਹੁਤ ਤੇਜ਼ ਸਪੀਡ ਨਾਲ ਜਾ ਰਹੀ ਹੈ, 60 ਕਿਲੋਮੀਟਰ ਇੱਕ ਘੰਟੇ ਵਿੱਚ ਕਵਰ ਕਰਦੀ ਹੈ, ਅਤੇ ਉਹ ਤੁਹਾਨੂੰ ਪੁੱਛੇ ਕਿ ਇੱਕ ਘੰਟੇ ਵਿੱਚ ਉਹਨੇ ਕਿੰਨੀ ਵਾਰੀ ਰੋਟੇਟ ਕੀਤਾ ਪਹੀਏ ਨੇ, ਤਾਂ ਪਹੀਏ ਦੁਆਰਾ ਕਿੰਨੇ ਚੱਕਰ ਲਗਾਏ ਗਏ, ਨੰਬਰ ਆਫ ਰੈਵੋਲਿਊਸ਼ਨਸ ਬਾਈ ਅ ਵੀਲ। ਤਾਂ ਉਹਦਾ ਫਾਰਮੂਲਾ ਕੀ ਹੈ ਬੇਟਾ? ਟੋਟਲ ਡਿਸਟੈਂਸ, ਕੁੱਲ ਤੈਅ ਕੀਤੀ ਗਈ ਦੂਰੀ ਕੱਢੋ ਪਹਿਲਾਂ ਕਿ ਉਹਨੇ ਕਿੰਨੀ ਦੂਰੀ ਤੈਅ ਕੀਤੀ ਹੈ ਵੀ ਉਸ ਪੀਰੀਅਡ ਦੇ ਵਿੱਚ, ਜਿਸ ਪੀਰੀਅਡ ਦੀ ਅਸੀਂ ਨੰਬਰ ਆਫ ਰੈਵੋਲਿਊਸ਼ਨਸ ਪਤਾ ਕਰਨੀਆਂ ਨੇ। ਕੁੱਲ ਦੂਰੀ ਨੂੰ ਚੱਕਰ ਦੇ ਘੇਰੇ ਨਾਲ ਭਾਗ ਕਰ ਦਿਓ, ਤੁਹਾਨੂੰ ਚੱਕਰ ਕਿੰਨੀ ਵਾਰ ਘੁੰਮਿਆ ਪਤਾ ਲੱਗ ਜਾਏਗਾ। ਇਸ ਕਰਕੇ ਟੋਟਲ ਡਿਸਟੈਂਸ ਕਵਰਡ ਡਿਵਾਈਡਡ ਬਾਈ ਸਰਕਮਫਰੈਂਸ ਆਫ ਵੀਲ, ਜਾਂ ਕੁੱਲ ਤੈਅ ਕੀਤੀ ਗਈ ਦੂਰੀ ਬਟਾ ਘੇਰਾ। ਤਾਂ ਹੁਣ ਇਹਨਾਂ 4 ਫਾਰਮੂਲੇ ਜਿਹੜੇ ਤੁਹਾਨੂੰ ਦੱਸੇ ਗਏ ਨੇ, ਇਹਨਾਂ 4 ਫਾਰਮੂਲਿਆਂ ਦੀ ਵਰਤੋਂ ਕਰਦੇ ਹੋਏ ਅਸੀਂ ਹੁਣ ਆਪਣੇ ਸਵਾਲਾਂ ਨੂੰ ਹੱਲ ਕਰਾਂਗੇ। ਬਹੁਤ ਸੌਖੇ ਅਭਿਆਸ ਆ 12.1, ਧਿਆਨ ਨਾਲ ਦੇਖਣਾ ਹੈ। ਹੁਣ ਪਹਿਲਾ ਕੁਐਸਚਨ ਬੜੇ ਧਿਆਨ ਨਾਲ ਦੇਖੋ, ਕਹਿੰਦਾ ਕਿ 2 ਚੱਕਰਾਂ ਦੇ ਅਰਧ ਵਿਆਸ 19 ਅਤੇ 9 ਹਨ। 2 ਚੱਕਰ ਤੁਹਾਡੇ ਕੋਲ ਨੇ, ਪਹਿਲਾ ਚੱਕਰ, ਦੂਜਾ ਚੱਕਰ। ਇਹਦੀ ਅਰਧ ਵਿਆਸ ਹੈ 19, ਇਹਦੀ ਅਰਧ ਵਿਆਸ ਹੈ 9। ਉਸ ਚੱਕਰ ਦਾ ਅਰਧ ਵਿਆਸ ਪਤਾ ਕਰੋ, ਮਤਲਬ ਇੱਕ ਨਵੇਂ ਚੱਕਰ ਦਾ ਅਰਧ ਵਿਆਸ ਪਤਾ ਕਰਨਾ ਹੈ। ਲੈਟ ਬੀ ਦਿਸ ਆਰ। ਧਿਆਨ ਨਾਲ ਸੁਣੋ, ਉਸ ਚੱਕਰ ਦਾ ਅਰਧ ਵਿਆਸ ਪਤਾ ਕਰੋ, ਮਤਲਬ ਇਹਦਾ ਅਰਧ ਵਿਆਸ ਪਤਾ ਕਰੋ ਜਿਸ ਦਾ ਘੇਰਾ, ਮਤਲਬ ਇਹਦਾ ਘੇਰਾ ਇਹਨਾਂ ਦੋਨਾਂ ਦੇ ਜੋੜ ਦੇ ਬਰਾਬਰ ਹੈ। ਇਹਦਾ ਮਤਲਬ ਇਹਨਾਂ ਦੋਨਾਂ ਨੂੰ ਜੋੜਾਂਗਾ ਤਾਂ ਇਹਦਾ ਘੇਰਾ ਬਣ ਜਾਏਗਾ। ਹੁਣ ਗੱਲ ਕਿਹਦੀ ਹੋਈ ਹੈ? ਘੇਰੇ ਦੀ। ਘੇਰੇ ਦੀ ਗੱਲ ਹੋਈ ਹੈ ਨਾ। ਇੱਧਰ ਇੰਗਲਿਸ਼ ਵਾਲੇ ਬੱਚੇ ਦੇਖੋ, the radius of 2 circles are 19 and 9, 19 and 9. Find the radius of third circle, this circle which has circumference equal to sum of the circumference of the 2 circles. ਇਹਦਾ ਸਰਕਮਫਰੈਂਸ ਇਹਨਾਂ ਦੋਨਾਂ ਦੇ ਸਰਕਮਫਰੈਂਸ ਦੇ ਜੋੜ ਦੇ ਬਰਾਬਰ ਹੈ। ਸਰਕਮਫਰੈਂਸ ਜਾਂ ਘੇਰੇ ਦਾ ਫਾਰਮੂਲਾ ਤੁਹਾਨੂੰ ਯਾਦ ਕਰਾਇਆ ਸੀਗਾ 2πr, r ਹੈ 19 ਜਮਾ ਇਹਦਾ ਫਾਰਮੂਲਾ 2πr, r ਹੈ 9 ਬਰਾਬਰ ਇਹਦਾ ਫਾਰਮੂਲਾ 2πr, r ਹੀ ਹੈ ਅਤੇ r ਹੀ ਰਹੇਗਾ, ਹੈ ਨਾ। ਕਿੰਨਾ ਸੌਖਾ। ਹੁਣ ਦੇਖਿਓ, ਖੱਬੇ ਹੱਥ ਵਿੱਚ ਜੇ ਇੱਦਾਂ ਕਰੋ, ਇੱਧਰ ਦੇਖੋ 2π ਹੈ, ਇੱਧਰ ਵੀ 2π ਹੈ, ਇੱਧਰ ਵੀ 2π ਹੈ। ਜਿਹੜੀ ਰਕਮ ਸਾਰਿਆਂ ਵਿੱਚ ਸਾਂਝੀ ਹੋਵੇ ਉਸ ਨੂੰ ਅਸੀਂ ਛੱਡ ਸਕਦੇ ਹਾਂ, ਅਤੇ ਕੀ ਰਹਿ ਗਿਆ? 19 ਜਮਾ 9 ਬਰਾਬਰ r। ਆਈ ਗੱਲ ਸਮਝ? ਅਸੀਂ ਬਰਾਬਰ ਰਕਮ ਨੂੰ ਛੱਡ ਦਿੱਤਾ ਹੈ। 19 ਅਤੇ 9 ਜੋੜੋ, 28 ਸੈਂਟੀਮੀਟਰ ਸਾਡੇ ਕੋਲ ਕਿਹਦੀ ਵੈਲਿਊ ਆ ਗਈ ਹੈ? ਇਸ ਚੱਕਰ ਦੇ ਅਰਧ ਵਿਆਸ ਦੀ ਵੈਲਿਊ, ਜੋ ਕਿ ਸਾਡਾ ਇਸ ਸਵਾਲ ਦਾ ਆਨਸਰ ਸੀਗਾ। ਕਿੰਨਾ ਹੀ ਸੌਖਾ। ਔਰ ਆਪਣੇ ਵੱਲੋਂ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਸਿੰਪਲ ਤੋਂ ਸਿੰਪਲ ਵੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂ। ਗੱਲ ਇੱਥੇ ਘੇਰੇ ਦੀ ਸੀਗੀ ਤਾਂ ਫਾਰਮੂਲਾ ਘੇਰੇ ਦਾ ਹੀ ਲਗਾਇਆ ਹੈ। ਹੁਣ ਆਪਾਂ ਦੂਜਾ ਕੁਐਸਚਨ ਕਰਾਂਗੇ, ਧਿਆਨ ਨਾਲ ਦੇਖੋ। ਦੂਜੇ ਕੁਐਸਚਨ ਵਿੱਚ ਕਹਿ ਰਿਹਾ ਕਿ 2 ਚੱਕਰਾਂ ਦੇ ਅਰਧ ਵਿਆਸ। ਫਿਰ ਸਾਨੂੰ 2 ਚੱਕਰ ਦੀ ਗੱਲ ਕਰ ਰਿਹਾ ਹੈ। ਆਹ ਤੁਹਾਡਾ ਹੋ ਗਿਆ ਜੀ ਪਹਿਲਾ ਚੱਕਰ, ਇਹ ਹੋ ਗਿਆ ਤੁਹਾਡਾ ਦੂਜਾ ਚੱਕਰ। ਇਹਦੀ ਅਰਧ ਵਿਆਸ 8 ਹੈ, ਇਹਦੀ ਅਰਧ ਵਿਆਸ 6 ਹੈ।
उस ਚੱਕਰ ਦਾ ਅਰਧ ਵਿਆਸ ਪਤਾ ਕਰੋ। ਫਿਰ ਉਹੀ ਕੁਐਸਚਨ ਆ ਗਿਆ, ਤੀਜੇ ਚੱਕਰ ਦਾ ਅਰਧ ਵਿਆਸ ਅਸੀਂ ਪਤਾ ਕਰਨਾ ਹੈ। ਮੰਨ ਲਓ ਉਹ r ਹੈ, ਲੇਕਿਨ ਜਿਸ ਦਾ ਖੇਤਰਫਲ ਇਹਨਾਂ ਦੋਵਾਂ ਚੱਕਰਾਂ ਦੇ ਖੇਤਰਫਲ ਦੇ ਜੋੜ ਦੇ ਬਰਾਬਰ ਹੈ। ਗੱਲ ਉੱਥੇ ਹੀ ਆ ਗਈ, ਸੇਮ ਸਵਾਲ, ਬਟ ਹੁਣ ਗੱਲ ਹੋ ਰਹੀ ਹੈ ਖੇਤਰਫਲ ਦੀ। ਤਾਂ ਰੇਡੀਅਸ ਆਫ ਟੂ ਸਰਕਲਸ ਆਰ 8 and 6, 8 and 6। ਫਾਈਂਡ ਦ ਰੇਡੀਅਸ ਆਫ ਦ ਸਰਕਲ ਹੈਵਿੰਗ ਏਰੀਆ ਇਕੁਅਲ ਟੂ ਸਮ ਆਫ ਦ ਏਰੀਆ ਆਫ these two। ਤਾਂ ਏਰੀਆ ਦਾ ਫਾਰਮੂਲਾ ਸੀਗਾ ਬੇਟਾ ਪਾਈ r ਦੀ ਘਾਤ 2, 8 ਦੀ ਘਾਤ 2 ਆ ਗਿਆ, ਫਿਰ ਪਾਈ 6 ਦੀ ਘਾਤ 2 ਬਰਾਬਰੇ ਪਾਈ r ਦੀ ਘਾਤ 2। ਆਈ ਗੱਲ ਸਮਝ। ਹੁਣ ਪਾਈ ਇੱਥੇ ਵੀ ਸਾਂਝਾ, ਪਾਈ ਇੱਥੇ ਵੀ ਆ, ਪਾਈ ਇੱਥੇ ਵੀ ਛੱਡ ਦੋ, ਕੀ ਰਹਿ ਗਿਆ 8 ਦੀ ਘਾਤ 2 ਜਮਾ 6 ਦੀ ਘਾਤ 2 ਬਰਾਬਰੇ r ਦੀ ਘਾਤ 2। 8 ਦੀ ਘਾਤ 2 ਦਾ ਮਤਲਬ ਹੁੰਦਾ ਹੈ ਬੇਟਾ 8 ਗੁਣਾ 8। 6 ਦੀ ਘਾਤ 2 ਦਾ ਮਤਲਬ 6 ਗੁਣਾ 6, 8 8 64, 6 ਛਿੱਕਾ 36, ਠੀਕ ਹੈ ਨਾ। 64 ਤੇ 36 ਜੋੜਿਆ 100, 100 ਕਿਹਦੀ ਘਾਤ 2 ਹੁੰਦਾ ਹੈ, 110 ਦੀ ਘਾਤ 2 ਹੁੰਦਾ ਹੈ। 2 ਘਾਤ ਕੱਟੀ ਗਈ ਤਾਂ ਮਤਲਬ r ਕਿਹਦੇ ਬਰਾਬਰ ਆ ਗਿਆ 10 ਸੈਂਟੀਮੀਟਰ ਦੇ। ਤੇ ਇਹ ਸਾਡਾ ਦੂਜੇ ਸਵਾਲ ਦਾ ਵੀ ਆਨਸਰ ਆ ਚੁੱਕਾ ਹੈ ਤੇ ਬਹੁਤ ਹੀ ਸਿੰਪਲ ਵੇ ਨਾਲ ਅਸੀਂ ਦੂਜਾ ਸਵਾਲ ਵੀ ਕੰਪਲੀਟ ਕਰ ਲਿਆ ਹੈ। ਉਮੀਦ ਕਰ ਰਹੇ ਹਾਂ ਤੁਹਾਨੂੰ ਸਮਝ ਆਏਗੀ ਕਿ 2 ਸਵਾਲ ਬਹੁਤ ਹੀ ਸੌਖੇ ਢੰਗ ਨਾਲ ਕੀਤੇ ਨੇ। ਹੁਣ ਆਪਾਂ ਤੀਜਾ ਸਵਾਲ ਕਰਾਂਗੇ, ਧਿਆਨ ਨਾਲ ਦੇਖਣਾ ਹੈ। ਹੁਣ ਤੀਜਾ ਸਵਾਲ ਬਹੁਤ ਹੀ ਧਿਆਨ ਨਾਲ ਸਮਝਣ ਵਾਲਾ ਬੇਟਾ ਇੱਕ ਤੀਰ ਅੰਦਾਜ਼ੀ ਨਿਸ਼ਾਨੇ ਨੂੰ ਦਰਸਾਉਂਦੀ ਹੈ, ਜਿਸ ਵਿੱਚ ਕੇਂਦਰ ਦੇ ਬਾਹਰ ਵੱਲ 5 ਖੇਤਰ ਪਿੰਕ, ਰੈੱਡ, ਗ੍ਰੇ, ਬਲੈਕ ਅਤੇ ਵਾਈਟ ਨੂੰ ਦਰਸਾਉਂਦੇ ਹਨ। ਤੁਸੀਂ ਦੇਖ ਸਕਦੇ ਹੋ ਇੱਕ ਚੱਕਰ ਪਿੰਕ ਰੰਗ ਕੀਤਾ ਗਿਆ ਹੈ, ਦੂਜੇ ਚੱਕਰ ਦੀ ਪੱਟੀ ਰੈੱਡ, ਫਿਰ ਗ੍ਰੇ, ਫਿਰ ਬਲੈਕ, ਫਿਰ ਵਾਈਟ। ਇਹਨਾਂ ਦੇ ਅੰਕ ਪ੍ਰਾਪਤ ਕੀਤੇ ਜਾ ਸਕਦੇ ਹਨ। ਪਿੰਕ ਅੰਕ ਵਾਲੇ ਖੇਤਰ ਦਾ ਵਿਆਸ 21 ਹੈ। ਜੇ ਵਿਆਸ 21 ਹੋਵੇ ਤਾਂ ਅਰਧ ਵਿਆਸ ਕਿੰਨਾ ਹੋਏਗਾ? ਤੁਹਾਨੂੰ ਸਾਨੂੰ ਪਤਾ ਹੈ ਕਿ ਜੇਕਰ ਵਿਆਸ 21 ਸੈਂਟੀਮੀਟਰ ਹੈ ਤਾਂ ਅਰਧ ਵਿਆਸ 21 ਦਾ ਅੱਧਾ ਮਤਲਬ 10.5 ਸੈਂਟੀਮੀਟਰ ਹੋਏਗਾ, 10.5। ਤੇ ਹਰ ਇੱਕ ਪੱਟੀ ਵੀ 10.5 ਹੈ, ਮਤਲਬ 10.5 10.5 10.5 10.5 10.5 ਕੇਂਦਰ ਤੋਂ ਹਰ ਪੱਟੀ 10.5 ਦੀ ਹੈ। ਗੱਲ ਸਮਝ ਆ ਗਈ। ਹੁਣ ਦੇਖੋ ਅਸੀਂ ਸਾਰੇ ਇੱਕ ਪੱਟੀ ਦੂਜੀ ਪੱਟੀ ਮਤਲਬ ਪਿੰਕ, ਰੈੱਡ, ਗ੍ਰੇ, ਬਲੈਕ ਤੇ ਵਾਈਟ ਦਾ ਖੇਤਰਫਲ ਪਤਾ ਕਰਨਾ ਹੈ। ਹੁਣ ਮੈਂ ਥੋੜ੍ਹਾ ਜਿਹਾ ਦੇਖੋ ਪਹਿਲਾਂ ਹੀ ਲਿਖ ਲਿਆ ਹੈ ਕਿ ਏਰੀਆ ਆਫ ਪਿੰਕ, ਏਰੀਆ ਆਫ ਰੈੱਡ, ਏਰੀਆ ਆਫ ਗ੍ਰੇ, ਏਰੀਆ ਆਫ ਬਲੈਕ, ਏਰੀਆ ਆਫ ਵਾਈਟ। ਜਾਂ ਪਿੰਕ ਹਿੱਸੇ ਦਾ ਖੇਤਰਫਲ, ਲਾਲ ਹਿੱਸੇ ਦਾ ਖੇਤਰਫਲ, ਗ੍ਰੇ ਦਾ ਖੇਤਰਫਲ, ਬਲੈਕ ਦਾ ਖੇਤਰਫਲ ਤੇ ਵਾਈਟ ਦਾ ਖੇਤਰਫਲ। ਹੁਣ ਤੁਹਾਨੂੰ ਮੈਂ ਧਿਆਨ ਨਾਲ ਸਮਝਾਵਾਂ ਤਾਂ ਦੇਖੋ ਪਿੰਕ ਜਿਹੜਾ ਹੈ, ਪਿੰਕ ਇਕੱਲਾ ਇੱਕ ਚੱਕਰ ਹੈ, ਇੱਕੋ ਹੀ ਚੱਕਰ ਹੈ ਨਾ ਪਿੰਕ, ਤੇ ਉਹਦਾ ਫਾਰਮੂਲਾ ਹੁੰਦਾ ਹੈ, ਉਹਦੀ ਜਿਹੜੀ ਅਰਧ ਵਿਆਸ ਹੈ ਤੁਹਾਨੂੰ ਪਤਾ 10.5 ਹੈ। ਹੁਣੇ ਦੱਸੀ ਆਪਾਂ ਅਰਧ ਵਿਆਸ 10.5 ਹੈ ਤੇ ਖੇਤਰਫਲ ਦਾ ਫਾਰਮੂਲਾ ਪਾਈ r ਦੀ 2, ਕਿਉਂਕਿ ਉਹ ਇਕੱਲਾ ਇੱਕ ਚੱਕਰ ਹੈ। ਲੇਕਿਨ ਜਦੋਂ ਆਪਾਂ ਰੈੱਡ ਦੀ ਗੱਲ ਕਰੀਏ ਤਾਂ ਰੈੱਡ ਤਾਂ ਇੱਕ ਚੱਕਰਾਕਾਰ ਪੱਟੀ ਹੈਗੀ ਨਾ। ਹੁਣ ਮੈਂ ਤੁਹਾਨੂੰ ਦੱਸਿਆ ਸੀ ਹੁਣੇ ਚੱਕਰਾਕਾਰ ਪੱਟੀ ਦਾ ਖੇਤਰਫਲ, ਆਪਾਂ ਚੱਕਰਾਕਾਰ ਪੱਟੀ ਦਾ ਖੇਤਰਫਲ ਕੀਤਾ ਸੀ ਨਾ, ਇੱਦਾਂ ਵਿਚਕਾਰਲੀ ਆ ਪੱਟੀ ਕੱਢਣੀ ਹੈ, ਆਹ ਨਹੀਂ ਕੱਢਣਾ, ਸਿਰਫ ਆਹ ਬਲੈਕ ਵਾਲਾ ਹਿੱਸਾ ਕੱਢਣਾ ਹੈ। ਤਾਂ ਫਾਰਮੂਲਾ ਸੀਗਾ ਪਾਈ ਵੱਡੀ r ਦੀ 2 ਮਾਈਨਸ ਛੋਟੀ r ਦੀ 2, ਜਾਂ ਫਿਰ ਪਾਈ ਵੱਡੀ r ਮਾਈਨਸ ਛੋਟੀ r ਵੱਡੀ r ਪਲੱਸ ਛੋਟੀ r। ਦੱਸਿਆ ਨਾ। ਤੇ ਹੁਣ ਆਪਾਂ ਇਹ ਫਾਰਮੂਲੇ ਦੀ ਵਰਤੋਂ ਕਰਨ ਜਾ ਰਹੇ ਹਾਂ। ਹੁਣ ਇਹਦੇ ਵਾਸਤੇ ਮੈਨੂੰ ਸਾਰੀ ਛੋਟੀ r ਤੇ ਵੱਡੀ r ਪਤਾ ਹੋਣੀ ਚਾਹੀਦੀ ਹੈ। ਹੁਣ ਬਹੁਤ ਹੀ ਸੌਖੇ ਢੰਗ ਨਾਲ ਸਿਖਾ ਰਿਹਾ, ਤੁਹਾਨੂੰ ਡਾਇਗਰਾਮ ਤੱਕ ਦੇਖਣ ਦੀ ਲੋੜ ਨਹੀਂ ਹੈ। ਜੋ ਪਿਛਲੇ ਹਿੱਸੇ ਵਿੱਚ ਵੱਡੀ r ਸੀ ਉਹ ਅਗਲੇ ਹਿੱਸੇ ਵਿੱਚ ਛੋਟੀ r ਬਣ ਜਾਂਦੀ ਹੈ, ਮਤਲਬ 10.5 ਛੋਟੀ r ਹੋ ਜਾਏਗੀ। ਧਿਆਨ ਨਾਲ ਸਮਝਣਾ ਹੈ। ਤੇ ਵੱਡੀ r ਲਈ 10.5 ਦੇ ਵਿੱਚ 10.5 ਜੋੜ ਦੇਣੇ ਨੇ, ਕਿੰਨੇ ਆ ਗਏ 10 ਤੇ 10 20 ਤੇ 21। ਧਿਆਨ ਨਾਲ ਸਮਝੋ, ਜਦੋਂ ਵੀ ਵੱਡੀ r ਪਤਾ ਕਰਨੀ ਹੈ ਤਾਂ ਛੋਟੀ r 'ਚ 10.5 ਜੋੜਨਾ ਹੈ, ਕਿਉਂਕਿ 10.5 ਦੀ ਪੱਟੀਆਂ ਨੇ ਸਾਰੀਆਂ। ਹੁਣ ਦੱਸੋ ਇੱਧਰ ਛੋਟੀ r ਕੀ ਹੋਏਗੀ? ਜੋ ਪਿਛਲੇ ਹਿੱਸੇ ਵਿੱਚ ਵੱਡੀ r ਸੀ, ਪਿਛਲੇ ਹਿੱਸੇ ਵਿੱਚ ਵੱਡੀ r ਆਈ ਸੀ 21 ਤੇ ਛੋਟੀ r ਬਣ ਗਈ ਹੁਣ 21 ਸੈਂਟੀਮੀਟਰ। ਤੇ ਵੱਡੀ r ਲਈ 21 ਦੇ ਵਿੱਚ ਅਸੀਂ 10.5 ਜੋੜਾਂਗੇ ਤੇ ਸਾਨੂੰ ਮਿਲ ਗਿਆ 31.5 ਸੈਂਟੀਮੀਟਰ। ਮੇਰੀ ਗੱਲ ਸਮਝ ਲੱਗ ਰਹੀ ਹੈ। ਹੁਣ ਇਸ ਬਲੈਕ ਵਾਸਤੇ ਜੋ ਪਿੱਛੇ ਵੱਡੀ r ਸੀ ਉਹ ਹੁਣ ਛੋਟੀ r ਬਣ ਜਾਏਗੀ, ਮਤਲਬ 31.5 ਸੈਂਟੀਮੀਟਰ ਛੋਟੀ r ਤੇ ਵੱਡੀ r ਲਈ 31.5 ਦੇ ਵਿੱਚ ਅਸੀਂ 10.5 ਜੋੜਾਂਗੇ ਤੇ ਉਹ ਬਣ ਗਈ ਹੈ ਸਾਡੇ ਕੋਲ 30 40 ਤੇ 42 ਸੈਂਟੀਮੀਟਰ।
ਹੁਣ ਇਸ ਅਗਲੇ ਹਿੱਸੇ ਦੇ ਵਿੱਚੋਂ ਪਿਛਲੇ ਹਿੱਸੇ ਵਿੱਚ ਵੱਡੀ ਆਰ ਸੀਗੀ 42, ਉਹ ਹੁਣ ਬਣ ਗਈ ਹੈ ਛੋਟੀ ਆਰ 42 ਸੈਂਟੀਮੀਟਰ, ਅਤੇ ਵੱਡੀ ਆਰ ਲਈ 42 ਦੇ ਵਿੱਚ ਅਸੀਂ ਜੋੜਾਂਗੇ 10.5 ਨੂੰ, ਤਾਂ ਸਾਡੇ ਕੋਲ ਆ ਗਿਆ 52.5 ਸੈਂਟੀਮੀਟਰ ਵੱਡੀ ਆਰ। ਅਤੇ ਇਸ ਤਰ੍ਹਾਂ ਅਸੀਂ ਛੋਟੀ ਆਰ ਅਤੇ ਵੱਡੀ ਆਰ ਸਾਰੀਆਂ ਪਤਾ ਕਰ ਲਈਆਂ ਨੇ। ਜੇਕਰ ਤੁਹਾਨੂੰ ਕੋਈ ਡਾਊਟ ਹੋਵੇ ਤਾਂ ਦੱਸਿਓ। ਸਭ ਤੋਂ ਪਹਿਲੇ ਚੱਕਰ ਲਈ 10.5, ਫਿਰ ਛੋਟੀ ਆਰ 10.5 ਬਣ ਗਈ, ਵੱਡੀ ਲਈ 10.5 ਜੋੜੇ। ਸਮਝ ਲੱਗ ਗਈ ਗੱਲ ਮੇਰੀ। ਹੁਣ ਫਾਰਮੂਲੇ ਲਗਾਉਂਦੇ ਹਾਂ। ਹੁਣ ਸਾਡੇ ਕੋਲ ਜਿਹੜਾ ਫਾਰਮੂਲਾ ਹੈ ਪਾਈ ਦਾ ਮਤਲਬ ਹੁੰਦਾ 22/7, ਅਤੇ ਆਰ ਦੀ ਘਾਤ 2 ਦਾ ਮਤਲਬ 10.5 ਨੂੰ ਅਸੀਂ 2 ਵਾਰ ਲਿਖਾਂਗੇ, ਗੁਣਾ 10.5। ਠੀਕ ਹੈ ਨਾ ਬੇਟਾ। ਇੱਧਰ ਆ ਜਾਓ। ਖੇਤਰਫਲ ਦਾ ਫਾਰਮੂਲਾ ਲਗਾਉਣ ਲੱਗੇ ਹਾਂ, ਧਿਆਨ ਨਾਲ ਦੇਖਣਾ ਸਾਰਿਆਂ ਨੇ। ਕੀ ਦੱਸਿਆ ਤੁਹਾਨੂੰ ਮੈਂ? ਰਿੰਗ ਦਾ ਫਾਰਮੂਲਾ ਹੁੰਦਾ ਹੈ ਪਾਈ ਵੱਡੀ ਆਰ ਜਮਾ ਮਾਈਨਸ ਛੋਟੀ ਆਰ ਅਤੇ ਵੱਡੀ ਆਰ ਜਮਾ ਛੋਟੀ ਆਰ। ਇਹ ਦੱਸਿਆ ਨਾ। ਇਹਦਾ ਮਤਲਬ ਪਾਈ ਵੱਡੀ ਆਰ 21 ਹੈ ਮਾਈਨਸ ਛੋਟੀ ਆਰ 10.5 ਹੈ, ਫਿਰ 21 प्लस 10.5। उम्मीद है समझ आ रहा होगा। इधर आ जाओ, खेत्रफल पता करने लगे हैं। पाई वड्डी आर तुहाडे कोल 31.5 है माइनस छोटी आर 21 है, फिर 31.5 प्लस 21। इस तरह इधर आ जाओ, एरिया पता करने लगा है। पाई वड्डी आर 42 है माइनस छोटी आर है 31.5, फिर 42 प्लस 31.5 आ गया। इसी तरह समझ आ रहा है ना बेटा। इसी तरह हुण फिर खेत्रफल पता करने लगे हैं। पाई वड्डी आर 52.5 है माइनस छोटी आर 42 है, फिर 52.5 प्लस 42। तो इस तरह से 5 हिस्सों का खेत्रफल बना लिया है। हुण इनू हल करन जा रहे हैं, ध्यान देखना सारा ने। इनू असीं लिखिया है सेम इसी तरह 22/7 गुणा 10.5 गुणा 10.5। इनू अजे कोई चेंज नहीं किया। इनू असीं लिखिया पाई 21 दे विचों 10.5 गए बेटा जी 10.5। पाई नू भी असीं चलो 22/7 लिख देने हैं, 22/7 लिख लिया है। तो 21 विच 10.5 जोड़े तो बन गया जी 31.5। एरिया पाई नू असीं 22/7 लिख लिया है। 31.5 चों 21 नू घटा के देखियो 10.5 बन जाएगा। तो 31 विच 21 जोड़िया तो 30 40 50 52.5 आ गया। इहदे लई बेटा पाई की वैल्यू 22/7 लिखी गई है, घटाया तो 10.5 तो जोड़िया तो 4 3 3 7 73.5 आ गया। इसी तरह ये कढ़िया 22/7 घटाया तो 10.5 आया, तो जोड़िया तो 5 4 9 94.5 आ गया बेटा। हुण बस कैलकुलेशनस करनिया ने, तुसीं कल ध्यान नाल नोट करो। 22/7 10.5, 22/7 10.5, 22/7 10.5, 22/7 10.5 ਤੇ 22/7 10.5 50 ਖੇਤਰਾਂ ਦੇ ਵਿੱਚ ਹੈ ਨਾ। ਤੇ ਤੁਸੀਂ ਪਹਿਲਾਂ ਸਾਈਡ ਤੇ ਟੀਚਰ ਨੂੰ ਧਿਆਨ ਨਾਲ ਦੇਖੋ। 22/7 ਗੁਣਾ 10.5 ਨੂੰ 105/10 ਲਿਖ ਸਕਦੇ ਹਾਂ ਨਾ। ਇਹਨੂੰ ਹੱਲ ਕਰਕੇ ਦਿਖਾ ਦਿਓ। 7 ਨਾਲ ਕੱਟਿਆ ਇਹਨੂੰ 7 ਏਕਮ 7, 7 5 35, 15 ਨਾਲ 22 ਨੂੰ ਗੁਣਾ ਕੀਤਾ ਤਾਂ ਕਿੰਨਾ ਆ ਗਿਆ 15 दूनी 30 ਤੇ 330 बेटा। कटिंग करके तो आंसर कितना आ गया 33 है ना। ਇਹਦਾ मतलब की होया कि 22/7 ਨੂੰ 10.5 ਨਾਲ ਜੇ ਆਪਾਂ ਹੱਲ ਕਰੀਏ ਤਾਂ ਕਿੰਨਾ ਆंसर आया 33 आंसर आ गया। ਹੁਣ ਆਪਾਂ ਇਸ ਰਿਜ਼ਲਟ ਨੂੰ ਵਰਤਾਂਗੇ ਬੇਟਾ। ਦੇਖੋ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ 22/7 ਨੂੰ ਜੇ 10.5 ਨਾਲ ਗੁਣਾ ਕਰੀਏ ਤਾਂ 33 ਆंसर ਆਇਆ। ਤੇ ਹੁਣ ਦੇਖੋ ਧਿਆਨ ਨਾਲ ਸਾਰੇ ਮੇਰੀ ਗੱਲ ਨੂੰ ਧਿਆਨ ਨਾਲ ਫੋਲੋ ਕਰਿਓ। 22/7 ਗੁਣਾ 10.5 ਦਾ ਆंसर ਆਇਆ 33। ਇਹਦਾ ਮਤਲਬ ਇਹ ਹਿੱਸਾ ਤੁਹਾਡਾ ਕਿੰਨਾ ਆ ਗਿਆ 33 ਗੁਣਾ 10.5। ਇੱਧਰ ਕੀ ਆ ਜਾਏਗਾ 33 ਗੁਣਾ 31.5। ਇੱਧਰ ਕੀ ਆ ਜਾਏਗਾ 33 ਗੁਣਾ 52.5। ਇੱਧਰ ਕੀ ਆ ਜਾਏਗਾ 33
33 गुणा 73.5, इधर की आ जाएगा 33 गुणा 94.5। कितना सौखा हो गया ना कैलकुलेशंस। हूँ बस गुणा करनी है। तो असी 33 गुणा 105 बटा 10, 33 गुणा 315 बटा 10, 33 गुणा 525 बटा 10, 33 गुणा 735 बटा 10, तो 33 गुणा 945 बटा 10 लिख लिया है। हूँ बस उपर वाले गुणा करनी है तो एक के पिछे पॉइंट लगाना है। तो जो 105 ਨੂੰ 33 ਨਾਲ गुणा किया तो साढ़े को आ गया 3465 बटा 10, ये आ गया 10395 बटा 10। सिर्फ गुणा करनी है बेटा। 33 ਨੂੰ 525 ਨਾਲ गुणा किया 17325 बटा 10। इसी तरह 33 ਨੂੰ 735 ਨਾਲ गुणा किया तो साढ़े को आ गया 24255 बटा 10। तो जो 33 ਨੂੰ 945 ਨਾਲ गुणा किया तो 3118 बटा 10। तो हुण तुहानूं सानूं पता कि 10 का मतलब की हुंदा है, एक दे पिछे पॉइंट 6.5 सेंटीमीटर की घात 2, पहला आंसर आ गया। दूजा आ गया 1039.5 सेंटीमीटर की घात 2। तीजा आंसर आ गया 1732.5 सेंटीमीटर की घात 2। चौथे वाला आंसर आ गया 2425.5 सेंटीमीटर की घात 2। एंड अखीरला पंजवां आंसर आ गया 3118.5 सेंटीमीटर की घात 2। तो इस तरह असी 5 के 5 हिस्सों का खेत्रफल पता कर लिया है। थोड़ा क्वेश्चन लेंथी सीगा पर मैं अपने वालों कैलकुलेशनस घट करने की कोशिश की है। उम्मीद है समझ आएगा। तो सारा क्वेश्चन इकट्ठा तो नहीं आ सकता, शायद विचकार कह सकता है कि कल्ले ग्रे का एरिया कड्डो, कल्ले ब्लैक का। तो करके दसिया किस तरह असी अर्ध व्यास पता करनिया ने। हुण आपां अपना अगला चौथा सवाल करांगे। उम्मीद है तुहानूं एक क्वेश्चन समझ आया होगा। हुण चौथे सवाल च कह रहा है कि किसी कार के हरेक पहिए का व्यास 80 सेंटीमीटर है। जेकर कार 66 किलोमीटर पर आवर की स्पीड नाल चल रही है तो 10 मिनट में पहिए ने कितनी बार चक्कर लगाया। तो मैं पहले ही स्टार्टिंग के फॉर्मूला याद करवाया सीगा कि जो भी चक्कर दे पहिए द्वारा चक्करां की संख्या पता करनी है तो उपर कुल दूरी तो थले घेरा। ठीक है ना। इसका मतलब सब तो पहले देखो पहिए का व्यास कितना है 80 सेंटीमीटर, तो अर्ध व्यास कितना होएगा 40 सेंटीमीटर। तो असी सेंटीमीटर में मीटर में बदलने लिए 100 भाग किया है, 40 बटा 100 मीटर आ गया। गल समझ लग गई। हुण असी पता करनी है दूरी। सब तो पहले सानू कहा गया कि 1 घंटे में वो 66 किलोमीटर चलता है, तो 1 घंटे में तय की गई दूरी कितनी है 66 किलोमीटर। 1 घंटे का मतलब की होंदा है 60 मिनट ही होंदा ना। तो फिर मैं दोबारा लिखा कि 60 मिनट में तय की दूरी कितनी होएगी 66 किलोमीटर में मैं मीटर में बदलिया क्योंकि ऊपर मीटर ले आया से ना, सारी यूनिट सेम बनानी होंगी है। तो आ मीटर च कन्वर्ट किया तो इनू भी मीटर च लिया, 66 के बाद 3 जीरो लगाइया, ये भी मीटर च हो गया। जे हुण 60 मिनट चो उन्हें क्या 10 मिनट की गल कर रहा हो, तो 60 तो 10 मिनट आया मतलब 6 ना भाग की, तो इधर भी फिर 66,000 6 ना भाग की, 10 मिनट में तय की गई दूरी आ गई 11,000 मीटर। ये आ गई साढ़े कुल दूरी। हुण की पता करना है घेरा। घेरे का फॉर्मूला होंदा 2πr, 2/7 आर असी पता किया 40 बटा 100, 0 कट्टी गुणा किया 176 ते 70। तो हुण असी कुल दूरी भी पता कर चुके हैं, असी घेरा भी पता कर चुके हैं। तो हुण तो सिर्फ फार्मूला ही लगना ना बेटा। तो फार्मूला तुहानूं याद है कि पहिए द्वारा लगाया गया चक्कर होंदा है कुल दूरी बटा घेरा। कुल दूरी 11,000 है, घेरा 176 बटा 70 आया। थल्लड़ी वाली रकम पलट के उपर आती है ना, 70 उपर आ जाऊगा 176 नीचे। देखो ध्यान नाल। तो जो इसनूं उपर वाले उपर वाला गुणा किया आ गया 77,000 बटा 176। जो इन्होंने भाग करोगे तो आंसर आ जाएगा 4375। इसका मतलब उस चक्कर ने जिहड़ा वो पहिया सीगा वो 4375 बार घूमिया सीगा। सेम इसे क्वेश्चन नूं थोड़ी इंग्लिश कन्वर्जन करके भी लिख दिता है ताकि इंग्लिश वाले बच्चे नूं प्रॉब्लम ना आवे। डायमीटर ऑफ व्हील वही, रेडियस ऑफ व्हील अद्धी हो गई 40 पर सेंटीमीटर सीगा, इसलिए इसको मीटर से कन्वर्ट किया गया। डिस्टेंस कवर्ड इन 1 आवर, क्वेश्चन भी दिता गया है कि 66 किलोमीटर इन 1 आवर। तो डिस्टेंस कवर्ड इन 60 मिनट्स, 66 किलोमीटर मीटर में कन्वर्ट किया तो 10 मिनट लाई फिर 6 ना भाग किया। सेम मैथड बेटा। सरकमफ्रेंस का फॉर्मूला वही 2πr कट के 176 बटा 70 आया है। नंबर ऑफ एवोल्यूशन का फॉर्मूला टोटल डिस्टेंस बाय सरकमफ्रेंस, तो साडा आंसर आ गया 4375। तो इस तरह चौथा सवाल भी इंपॉर्टेंट सीगा, ये भी असी कंप्लीट कर लिया है।
ਹੁਣ ਅਸੀਂ ਆਪਣਾ 5ਵਾਂ ਸਵਾਲ ਕਰਾਂਗੇ ਇਸ ਅਭਿਆਸ ਦਾ ਅਖੀਰਲਾ ਸਵਾਲ। ਬਹੁਤ ਹੀ ਸੌਖਾ ਹੈ ਬੇਟਾ, 1 ਨੰਬਰ ਦੇ ਵਿੱਚ ਆਉਣ ਦੇ ਪੂਰੇ ਚਾਂਸ ਨੇ। ਕਹਿੰਦਾ ਕਿ ਹੇਠ ਲਿਖਿਆਂ ਵਿੱਚੋਂ ਸਹੀ ਉੱਤਰ ਚੁਣੋ ਤੇ ਸਪਸ਼ਟੀਕਰਨ ਦਿਓ। ਜੇਕਰ ਇੱਕ ਚੱਕਰ ਦਾ ਪਰਿਮਾਪ ਮਤਲਬ ਸਰਕਮਫਰੈਂਸ ਬਰਾਬਰ ਹੋਵੇ ਖੇਤਰਫਲ ਦੇ। ਬਹੁਤ ਹੀ ਸੌਖਾ, ਪਰਿਮਾਪ ਹੁੰਦਾ ਹੈ 2πr, ਖੇਤਰਫਲ ਹੁੰਦਾ ਹੈ πr ਦੀ 2। ਪਾਈ ਤੇ ਪਾਈ ਕੱਟੇ ਗਏ, ਇੱਕ r ਨਾਲ ਇੱਕ r ਵੀ ਕੱਟਿਆ ਗਿਆ ਤਾਂ ਇੱਥੇ ਬਚ ਕੇ 2, ਉੱਥੇ ਬਚ ਗਿਆ r। ਤਾਂ ਕਿੰਨੀ ਹੋ ਗਈ? ਉਸਨੇ ਪੁੱਛਿਆ ਉਸ ਚੱਕਰ ਦਾ ਅਰਧ ਵਿਆਸ ਕਿੰਨਾ ਆਇਆ ਤੁਹਾਡੇ ਕੋਲ? ਕਿੰਨਾ ਆਇਆ? 2 ਆਇਆ ਹੈ ਨਾ। ਤੇ ਇਹਦਾ ਮਤਲਬ ਸਾਡਾ ਆਪਸ਼ਨ ਕਿਹੜਾ ਆਏਗਾ? ਏ ਆਪਸ਼ਨ ਇਜ਼ ਦਾ ਰਾਈਟ ਆਂਸਰ। ਤੇ ਇਸ ਤਰ੍ਹਾਂ ਸਾਡੀ ਬੇਟਾ 12.1 ਅਭਿਆਸ ਕੰਪਲੀਟ ਹੋ ਗਈ ਹੈ। ਤੇ ਉਮੀਦ ਕਰਾਂਗੇ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆਈ ਹੋਵੇਗੀ। ਜੇਕਰ ਮੇਰੀ ਵੀਡੀਓ ਵਧੀਆ ਲੱਗੀ ਹੋਵੇ, ਮੇਰਾ ਪੜ੍ਹਾਇਆ ਸਮਝ ਆ ਰਿਹਾ ਹੋਵੇ ਤਾਂ ਜ਼ਰੂਰ ਲਾਈਕ ਕਰਿਓ, ਜ਼ਰੂਰ ਕਮੈਂਟ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।